हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਫੇਰ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ। ਮੈਂ ਜਿਹੜੀ ਆਪਣੀ ਲਾਸਟ ਵੀਡੀਓ ਸੀਗੀ ਉਹਦੇ ਵਿੱਚ ਅਸੀਂ ਸਟਾਰਟ ਕੀਤਾ ਸੀਗਾ ਸਪੀਕਿੰਗ ਸੈਕਸ਼ਨ, ਤੇ ਸਪੀਕਿੰਗ ਸੈਕਸ਼ਨ ਦਾ ਜਿਹੜਾ ਫਸਟ ਮੋਡਿਊਲ ਹੈਗਾ ਉਹ ਹੈਗਾ ਪਰਸਨਲ ਇੰਟਰੋਡਕਸ਼ਨ। ਤੇ ਮੈਂ ਤੁਹਾਡੇ ਨਾਲ ਡਿਸਕਸ਼ਨ ਕੀਤੀ ਸੀਗੀ ਕਿ ਪਰਸਨਲ ਇੰਟਰੋਡਕਸ਼ਨ ਦੇਣਾ ਕਿਉਂ ਜ਼ਰੂਰੀ ਹੈਗਾ ਸਪੀਕਿੰਗ ਸੈਕਸ਼ਨ ਦੇ ਵਿੱਚ। ਤੇ ਇਹਦੀ ਸਿਰਫ ਇੰਨੀ ਇੰਪੋਰਟੈਂਸ ਹੈ ਕਿ ਇਫ ਯੂ ਵਾਂਟ ਟੂ ਫੀਲ ਕੰਫਰਟੇਬਲ ਫॉर ਦੀ ਨੈਕਸਟ ਮੋਡਿਊਲਸ ਇਨ ਦੀ ਸਪੀਕਿੰਗ ਸੈਕਸ਼ਨ ਦੈਨ ਯੂ ਮਸਟ ਹੈਵ ਟੂ ਗਿਵ ਦੀ ਪਰਸਨਲ ਇੰਟਰੋਡਕਸ਼ਨ। ਮੀਨਸ ਅਗਰ ਤੁਸੀਂ ਰੀਡ ਅਲਾਊਡ ਵਾਸਤੇ ਵੈਲ ਪ੍ਰਿਪੇਅਰ ਹੋਣਾ ਹੈ ਜਾਂ ਰਿਪੀਟ ਸੈਂਟੈਂਸ ਵਾਸਤੇ ਹੋਣਾ ਹੈ ਤਾਂ ਤੁਹਾਨੂੰ ਪਰਸਨਲ ਇੰਟਰੋਡਕਸ਼ਨ ਦੇਣੀ ਚਾਹੀਦੀ ਹੈ। ਬਿਕੋਜ਼ ਤੁਸੀਂ ਜਿਹੜੀ ਪਰਸਨਲ ਇੰਟਰੋਡਕਸ਼ਨ ਹੈ ਉਹ ਤੁਸੀਂ ਪਹਿਲਾਂ ਹੀ ਪ੍ਰਿਪੇਅਰ ਕਰ ਸਕਦੇ ਹੋ। ਮਤਲਬ ਐਦਾਂ ਨਹੀਂ ਹੈ ਕਿ ਤੁਸੀਂ ਉਸੇ ਟਾਈਮ ਤੇ ਪ੍ਰਿਪੇਅਰ ਕਰਨੀ ਹੈ, ਕਿਉਂਕਿ ਜਿਹੜੇ ਇਹਦੇ ਕੁਐਸਚਨਸ ਨੇ ਦੇ ਆਰ ਫਿਕਸਡ। ਮਤਲਬ ਉਹ ਫਿਕਸ ਹੈ, ਉਹ ਕਿਤੇ ਵੀ ਚੇਂਜ ਨਹੀਂ ਹੁੰਦੇ, ਕਿਉਂਕਿ ਪਰਸਨਲ ਇੰਟਰੋਡਕਸ਼ਨ ਦੇਣ ਦਾ ਹਰ ਕਿਸੇ ਦਾ ਕੋਈ ਆਪਣਾ ਡਿਫਰੈਂਟ ਵੇ ਹੁੰਦਾ ਹੈ। ਤੇ ਤੁਸੀਂ ਉਸਦੇ ਅਕੋਰਡਿੰਗ ਪਰਸਨਲ ਇੰਟਰੋਡਕਸ਼ਨ ਦੇ ਸਕਦੇ ਹੋ, ਜਿਹਦੇ ਵਿੱਚ ਤੁਹਾਡਾ ਨੇਮ, ਏਜ, ਇਹ ਸਾਰੇ ਫੈਕਟਰਸ ਆਉਂਦੇ ਆ। ਤੇ ਨੈਕਸਟ ਜਿਹੜਾ ਸਾਡਾ ਟੌਪਿਕ ਹੈਗਾ ਸਪੀਕਿੰਗ ਸੈਕਸ਼ਨ ਦਾ, ਉਹ ਹੈਗਾ ਰੀਡ ਅਲਾਊਡ ਟੌਪਿਕ। ਇਟ ਇਜ਼ ਦੀ most important topic in case of speaking section and the reading section। means if your reading is weak, ਮਤਲਬ ਅਗਰ ਤੁਹਾਡੀ ਰੀਡਿੰਗ ਸਕੋਰ ਨਹੀਂ ਆ ਰਿਹਾ ਜਾਂ ਤੁਹਾਨੂੰ ਰੀਡਿੰਗ 'ਚ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਰੀਡਿੰਗ ਨਹੀਂ ਸਮਝ ਆ ਰਹੀ ਹੈ, ਤੇ ਅਗਰ ਤੁਸੀਂ ਰੀਡ ਅਲਾਊਡ ਵਧੀਆ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਡੇ ਮਤਲਬ 90% ਚਾਂਸਿਸ ਹੈ ਕਿ ਤੁਹਾਡੇ ਰੀਡਿੰਗ 'ਚ ਵੀ ਮਾਰਕਸ ਆਉਣਗੇ। ਮਤਲਬ ਜਿੰਨਾ ਵੀ ਤੁਹਾਡਾ ਕ੍ਰਾਈਟੇਰੀਆ ਫਿਕਸ ਹੈ ਕਿ ਤੁਹਾਨੂੰ ਕਿੰਨਾ ਸਕੋਰ ਚਾਹੀਦਾ ਹੈ। ਸੋ ਇਟ ਇਜ਼ ਮੋਸਟ ਇੰਪੋਰਟੈਂਟ ਕਿ ਅਗਰ ਤੁਸੀਂ ਰੀਡ ਅਲਾਊਡ ਨੂੰ ਵਧੀਆ ਤਰੀਕੇ ਨਾਲ ਕਰ ਰਹੇ ਹੋ ਤਾਂ ਉਹ ਤੁਹਾਡੀ ਮਤਲਬ ਸਪੀਕਿੰਗ ਦੇ ਵਿੱਚ ਵੀ ਕੰਟਰੀਬਿਊਟ ਕਰੇਗਾ, ਬਿਕੋਜ਼ ਇਟ ਕੰਟਰੀਬਿਊਟ ਦੀ ਸੈਕੰਡ ਹਾਈਐਸਟ। ਇਹਦੀ ਜਿਹੜਾ ਪਰਸੈਂਟੇਜ ਲੈਵਲ ਹੈ ਕੰਟਰੀਬਿਊਸ਼ਨ ਦਾ, ਉਹ ਸੈਕੰਡ ਮੋਸਟ ਹੈਗਾ, ਕਿਉਂਕਿ ਸਭ ਤੋਂ ਪਹਿਲਾਂ ਰਿਪੀਟ ਸੈਂਟੈਂਸ ਦੀ ਵੇਟੇਜ ਹੈ, ਉਸ ਤੋਂ ਬਾਅਦ ਰੀਡ ਅਲਾਊਡ ਦੀ ਵੇਟੇਜ ਹੈ। ਤੇ ਰੀਡ ਅਲਾਊਡ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਸਪੀਕਿੰਗ ਸੈਕਸ਼ਨ ਦੇ ਵਿੱਚ ਹੈਗੀ ਹੈ ਤੇ ਰੀਡਿੰਗ ਸੈਕਸ਼ਨ ਦੇ ਵਿੱਚ ਇਹਦੀ ਕੰਟਰੀਬਿਊਸ਼ਨ ਹੈ। ਬਟ ਅਗਰ ਤੁਸੀਂ ਰੀਡ ਅਲਾਊਡ ਨੂੰ ਪ੍ਰਪੇਅਰ ਕਰਨਾ ਹੈਗਾ ਤਾਂ ਉਹਦੇ ਵੀ ਕੁਝ ਪੁਆਇੰਟਸ ਨੇ। ਤੇ ਸਭ ਤੋਂ ਪਹਿਲਾਂ ਇਹ ਹੈਗਾ ਕਿ ਤੁਸੀਂ ਰੀਡ ਅਲਾਊਡ ਹੈ ਕੀ ਚੀਜ਼ ਹੈ, ਤੇ ਉਸ ਤੋਂ ਬਾਅਦ ਉਹਦੀ ਜਿਹੜੀ ਸਕੋਰਿੰਗ ਹੈ ਉਹ ਕਿਹਨਾਂ ਪੁਆਇੰਟਸ ਤੇ ਬੇਸਡ ਹੈਗੀ ਹੈ, ਤੇ ਤੁਹਾਨੂੰ ਰੀਡ ਅਲਾਊਡ ਨੂੰ ਇੰਪਰੂਵ ਕਰਨ ਵਾਸਤੇ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਪੈਂਦਾ ਹੈ। ਸਭ ਤੋਂ ਪਹਿਲਾਂ ਸਾਡਾ ਆਉਂਦਾ ਪ੍ਰੈਪਰੇਸ਼ਨ ਟਾਈਮ। ਫੋਰ ਐਗਜ਼ਾਮਪਲ ਜਿਹੜੀ ਮੈਂ ਆਪਣੇ ਤੁਹਾਡੇ ਸਾਹਮਣੇ ਪ੍ਰੈਜੈਂਟੇਸ਼ਨ ਖੋਲੀ ਹੋਈ ਹੈ, ਇਹੀ ਤੁਹਾਡਾ ਇੱਕ ਪੈਰਾਗ੍ਰਾਫ ਹੈ। ਦੈਨ ਜਦੋਂ ਵੀ ਤੁਹਾਡੀ ਟਾਸਕ ਸਟਾਰਟ ਹੋ ਰਹੀ ਹੈ, ਮਤਲਬ ਜਦੋਂ ਵੀ ਤੁਹਾਡੇ ਸਾਹਮਣੇ ਸਕਰੀਨ ਦੇ ਪੈਰਾਗ੍ਰਾਫ ਆਏਗਾ ਤਾਂ ਤੁਹਾਡੇ ਕੋਲ 35 ਸੈਕਿੰਡਸ ਹੋਣਗੇ ਉਸ ਪੈਰਾਗ੍ਰਾਫ ਨੂੰ ਰੀਡ ਕਰਨ ਵਾਸਤੇ, ਉਹਨੂੰ ਪ੍ਰੋਨਾਊਂਸ ਕਰਨ ਵਾਸਤੇ, ਤੇ ਜਿਹੜਾ ਵੀ ਉਹਦੇ ਵਿੱਚ ਟੈਕਸਟ ਹੈਗਾ ਉਹਨੂੰ ਅੰਡਰਸਟੈਂਡ ਕਰਨ ਵਾਸਤੇ। ਮੀਨਸ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਕੁਝ ਵਰਡਸ ਡਿਫਿਕਲਟ ਲੱਗ ਰਹੇ ਹੈ, ਅੱਗੇ ਮੈਂ ਕੁਝ ਪੈਰਾਗ੍ਰਾਫ ਦੀ ਐਗਜ਼ਾਮਪਲ ਵੀ ਲਈ ਹੈ ਕਿ ਮੰਨ ਲਓ ਤੁਹਾਨੂੰ ਕੁਝ ਵਰਡਸ ਜਾਂ ਸਾਇੰਟਿਸਟ ਹੋ ਗਿਆ, ਜਿਵੇਂ ਆਹ ਵਾਲਾ ਪੈਰਾਗ੍ਰਾਫ ਹੈ, ਇਹਦੇ 'ਚ ਤੁਹਾਨੂੰ ਅਪਰੋਕਸੀਮੇਟਲੀ ਪ੍ਰੋਨਾਊਂਸ ਕਰਨ 'ਚ ਕੁਝ ਪ੍ਰੋਬਲਮ ਆ ਰਹੀ ਹੈ, ਜਾਂ ਸਕਰੀਨ ਜਾਂ ਕੁਝ ਵੀ ਮਤਲਬ ਹੋ ਸਕਦਾ ਹੈ। ਜਿਹੜੇ ਵੀ ਵਰਡਸ ਤੁਹਾਨੂੰ ਪ੍ਰੋਨਾਊਂਸ ਕਰਨ 'ਚ ਪ੍ਰੋਬਲਮ ਆ ਰਹੀ ਹੈ ਤੁਸੀਂ ਉਹਨਾਂ ਨੂੰ ਪ੍ਰੋਨਾਊਂਸ ਕਰਕੇ ਦੇਖ ਸਕਦੇ ਹੋ। ਅਦਰਵਾਈਜ਼ ਤੁਸੀਂ ਪੂਰੇ ਪੈਰਾਗ੍ਰਾਫ ਨੂੰ ਜਿਵੇਂ ਤੁਸੀਂ ਫਾਈਨਲ ਦੇ ਵਿੱਚ ਬੋਲਣਾ ਹੈ, ਮਤਲਬ ਜਿਵੇਂ ਤੁਸੀਂ ਬੀਪ ਸਟਾਰਟ ਹੋਏਗੀ ਉਵੇਂ ਬੋਲਣਾ, ਤਾਂ ਤੁਸੀਂ ਸੇਮ ਉਸੇ ਪੇਸ ਦੇ ਵਿੱਚ ਉਹਨੂੰ ਰੀਡ ਕਰਨਾ ਹੈ। means when the task will start you will receive a written text on the computer screen। means ਜਦੋਂ ਤੁਸੀਂ ਸਟਾਰਟ ਕਰੋਗੇ ਟੈਸਟ ਨੂੰ ਤਾਂ ਉਸੇ ਟਾਈਮ ਤੁਹਾਡੇ ਤੋਂ ਸਭ ਤੋਂ ਪਹਿਲੇ ਟਾਸਕ ਦੇ ਵਿੱਚ ਤੁਹਾਨੂੰ ਇੱਕ ਪੈਰਾਗ੍ਰਾਫ ਹੋਏਗਾ ਤੁਹਾਡੀ ਸਕਰੀਨ ਤੇ, and after that you will have approximately 35 seconds to read। means ਹਰ ਸੌਫਟਵੇਅਰ ਦਾ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਕਿੰਨੇ ਸੈਕਿੰਡਸ ਦੇ ਰਿਹਾ ਪ੍ਰਪੇਅਰ ਕਰਨ ਵਾਸਤੇ, ਬਟ ਫਾਈਨਲ ਦੇ ਵਿੱਚ ਤੁਹਾਨੂੰ 35 ਸੈਕਿੰਡਸ ਮਿਲਦੇ ਆ। 35 ਸੈਕਿੰਡ ਦੇ ਵਿੱਚ you can read that paragraph, pronounce and understand the text। understand the text mean if you are facing some problem to pronounce some words there, then you can repronounce the words। ਮਤਲਬ ਤੁਸੀਂ ਉਹਨਾਂ ਵਰਡਸ ਨੂੰ ਦੁਬਾਰਾ ਰਿਪੀਟ ਕਰਕੇ ਦੇਖ ਸਕਦੇ ਹੋ ਕਿ ਮੈਂ ਠੀਕ ਬੋਲ ਰਿਹਾ, ਬਟ ਤੁਹਾਡੇ ਕੋਲ ਟਾਈਮ ਜਿਹੜਾ ਰਹੇਗਾ ਉਹ 35 ਸੈਕਿੰਡਸ ਦਾ ਹੀ ਰਹੇਗਾ। ਸੈਕਿੰਡ ਆਉਂਦਾ ਰਿਕਾਰਡਿੰਗ ਟਾਈਮ। ਆਫਟਰ ਦੀ ਪ੍ਰੈਪਰੇਸ਼ਨ ਟਾਈਮ ਦੀ ਰਿਕਾਰਡਿੰਗ ਵਿਲ ਸਟਾਰਟ। ਮੀਨਸ ਜਦੋਂ ਤੁਹਾਡਾ ਪ੍ਰੈਪਰੇਸ਼ਨ ਟਾਈਮ ਖਤਮ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਇੱਕ ਬੀਪ ਸੁਣਾਈ ਦੇਗੀ, ਮਤਲਬ ਮਾਈਕਰੋਫੋਨ ਦੇ ਵਿੱਚ, ਤੇ ਉਸ ਬੀਪ ਤੋਂ ਬਾਅਦ ਹੀ ਤੁਸੀਂ ਆਪਣੀ ਮਤਲਬ ਰਿਕਾਰਡਿੰਗ ਸਟਾਰਟ ਕਰਨੀ ਹੈ। ਤੇ ਜਦੋਂ ਬੀਪ ਤੁਹਾਡੀ ਸਟਾਰਟ ਹੋ ਗਈ, ਮਤਲਬ ਤੁਹਾਨੂੰ ਬੀਪ ਸੁਣ ਗਈ, ਤਾਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਰਿਕਾਰਡਿੰਗ ਹੈ ਉਹ ਆਟੋਮੈਟਿਕਲੀ ਸਟਾਰਟ ਹੋ ਜਾਏਗੀ। ਮੀਨਸ ਤੁਹਾਡੇ ਕੋਲ 3 ਸੈਕਿੰਡਸ ਹੋਣਗੇ ਕਿ ਤੁਸੀਂ ਉਹਨਾਂ 3 ਸੈਕਿੰਡਸ ਦੇ ਵਿੱਚ ਹੀ ਬੋਲਣਾ ਹੈ। ਅਗਰ ਉਹਨਾਂ 3 ਸੈਕਿੰਡਸ ਤੋਂ ਬਾਅਦ ਤੁਸੀਂ ਬੋਲ ਰਹੇ ਹੋ ਤਾਂ ਤੁਹਾਡੀ ਕੋਈ ਵੀ ਰਿਕਾਰਡਿੰਗ ਨਹੀਂ ਹੋਏਗੀ। ਇਹ ਮੈਂ ਪਹਿਲਾਂ ਵੀ ਡਿਸਕਸ਼ਨ ਕੀਤੀ ਹੈ ਤੇ ਮੇਰਾ ਇਸ ਪੁਆਇੰਟ ਤੇ ਜ਼ਿਆਦਾ ਮਤਲਬ ਮੈਂ ਫੋਕਸ ਇਸ ਕਰਕੇ ਕਰ ਰਹੀ ਹਾਂ ਕਿ ਕੁਝ ਬੱਚਿਆਂ ਨਾਲ ਇਹ ਪ੍ਰੋਬਲਮ ਆਉਂਦੀ ਹੈ, ਉਹ ਆਫਟਰ 3 ਸੈਕਿੰਡਸ ਹੀ ਬੋਲਣਾ ਸਟਾਰਟ ਕਰਦੇ ਹੈ।
ਬਟ ਅਗਰ ਤੁਸੀਂ 3 ਸੈਕਿੰਡਸ ਤੋਂ ਬਾਅਦ ਬੋਲ ਰਹੇ ਹੋ ਤਾਂ ਤੁਸੀਂ ਮਤਲਬ ਨਹੀਂ ਤੁਹਾਡੀ ਰਿਕਾਰਡਿੰਗ ਹੋਏਗੀ। ਤੁਹਾਡਾ ਜਿਹੜਾ ਮਿਨੀਮਮ ਸਕੋਰ ਆਏਗਾ ਉਹ 10 ਦਾ ਸਕੋਰ ਆਏਗਾ। ਸੋ ਯੂ ਹੈਵ ਅਰਾਊਂਡ ਹਾਫ ਅ ਮਿਨਟ, ਮੀਨਸ ਵੈਸੇ ਤਾਂ ਤੁਹਾਡੇ ਕੋਲ 40 ਸੈਕਿੰਡਸ ਹੁੰਦੇ ਹੈ ਤੇ ਉਹਨਾਂ 40 ਸੈਕਿੰਡਸ ਦੇ ਵਿੱਚ ਤੁਹਾਡਾ ਜਿਹੜਾ ਪੈਰਾਗ੍ਰਾਫ ਹੈ ਉਹ ਡਿਪੈਂਡ ਕਰਦਾ ਹੈ ਕਿ ਪੈਰਾਗ੍ਰਾਫ ਕਿੰਨਾ ਕੁ ਲੈਂਥੀ ਹੈ। ਅਗਰ ਤਾਂ 1-2 ਲਾਈਨਸ ਦਾ ਹੀ ਹੈਗਾ ਤਾਂ ਤੁਸੀਂ 18 ਸੈਕਿੰਡ 'ਚ ਵੀ ਬੋਲ ਸਕਦੇ ਹੋ। ਵੈਸੇ ਤੁਹਾਡਾ ਹਾਫ ਅ ਮਿਨਟ ਵਿੱਚ ਉਹ ਪੈਰਾਗ੍ਰਾਫ ਕਵਰ ਹੋ ਜਾਂਦਾ ਹੈ। ਬਟ ਇਨ ਕੇਸ ਅਗਰ ਉਹ ਪੈਰਾਗ੍ਰਾਫ ਬਹੁਤ ਵੱਡਾ ਹੈਗਾ ਤਾਂ ਉਹਦੇ ਵਾਸਤੇ 35 ਸੈਕਿੰਡਸ ਵੀ ਲੱਗ ਸਕਦੇ ਹੈ। ਬਟ ਮੇਕ ਸ਼ੋਰ ਤੁਸੀਂ 40 ਸੈਕਿੰਡਸ ਤੋਂ ਪਹਿਲਾਂ ਉਹ ਪੈਰਾਗ੍ਰਾਫ ਖਤਮ ਕਰਨਾ ਹੈ। ਮਤਲਬ ਅਗਰ ਤੁਹਾਡਾ ਪੈਰਾਗ੍ਰਾਫ 40 ਸੈਕਿੰਡਸ ਦੇ ਵਿੱਚ ਖਤਮ ਨਹੀਂ ਹੋਇਆ ਤੇ ਜਿੰਨਾ ਤੁਸੀਂ 35 ਜਾਂ 37 ਸੈਕਿੰਡਸ ਦੇ ਵਿੱਚ ਬੋਲਿਆ ਸਿਰਫ ਉਹੀ ਕਾਊਂਟ ਹੋਣਾ ਹੈ ਤੇ ਬਾਕੀ ਤੁਹਾਡੇ ਕੰਟੈਂਟ ਦੇ ਨੰਬਰ ਮਿਸ ਹੋਣਗੇ, ਮਤਲਬ ਡਿਡਕਟ ਹੋਣਗੇ। ਸੋ try to complete it within 35 seconds or 30 seconds, not more than 35 seconds. And during that task your voice will be recorded, ਮਤਲਬ ਤੁਹਾਡੀ ਆਵਾਜ਼ ਉਹ ਰਿਕਾਰਡ ਹੋਏਗੀ। ਉਹ ਰਿਕਾਰਡ ਤਾਂ ਹੀ ਹੋਏਗੀ ਅਗਰ ਤੁਸੀਂ 3 ਸੈਕਿੰਡ ਦੇ ਵਿੱਚ ਬੋਲ ਰਹੇ ਹੋ। ਇਫ ਯੂ ਵਿਲ ਸਪੀਕ ਆਫਟਰ 3 ਸੈਕਿੰਡ ਦੈਨ ਯੂਰ ਵੌਇਸ ਵਿਲ ਨਾਟ ਰਿਕਾਰਡਡ, ਤੁਹਾਡੀ ਆਵਾਜ਼ ਰਿਕਾਰਡ ਨਹੀਂ ਹੋਏਗੀ। ਤੇ ਅੱਗੇ ਆਉਂਦਾ ਹੈ ਕਿ ਤੁਹਾਡੀ ਸਕੋਰਿੰਗ ਕਿਵੇਂ ਹੁੰਦੀ ਹੈ। ਮਤਲਬ ਤੁਸੀਂ ਪ੍ਰਪੇਅਰ ਕਰ ਲਿਆ, ਤੁਸੀਂ ਬੋਲਤਾ, ਬਟ ਤੁਹਾਡਾ ਜਿਹੜਾ ਸਕੋਰ ਹੈ ਉਹ ਕਿੰਨਾ ਪੁਆਇੰਟਸ ਤੇ ਅਵੈਲੂਏਟ ਹੁੰਦਾ ਹੈ। ਤੇ ਉਹਦੇ ਲਈ ਮਤਲਬ 3 ਪੁਆਇੰਟਸ ਨੇ। ਫਸਟ ਆਉਂਦਾ ਕੰਟੈਂਟ। ਕੰਟੈਂਟ ਮਤਲਬ ਜੋ ਉਸ ਪੈਰਾਗ੍ਰਾਫ ਦੇ ਵਿੱਚ ਹੈਗਾ ਉਹ ਤੁਸੀਂ ਬੋਲਿਆ। ਮਤਲਬ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਆਪਣੇ ਕੋਲੋਂ ਵਰਡਸ ਨਹੀਂ ਐਡ ਕਰਨੇ। ਮਤਲਬ ਅਗਰ ਤੁਸੀਂ ਵਰਡਸ ਨੂੰ ਸਕਿਪ ਕਰਦੇ ਹੋ ਜਾਂ ਫਿਰ ਤੁਸੀਂ ਵਰਡਸ ਨੂੰ ਐਡ ਕਰਦੇ ਹੋ ਤਾਂ ਤੁਹਾਡੀ ਜਿਹੜੀ ਡਿਡਕਸ਼ਨ ਹੈ ਮਾਰਕਸ ਦੀ ਉਹ ਜ਼ਰੂਰ ਹੋਏਗੀ। ਮਤਲਬ ਮੇਕ ਸ਼ੋਰ ਕਿ ਜੋ ਲਿਖਿਆ ਸਿਰਫ ਉਹੀ ਬੋਲੋ। ਹਾਂ, ਕਈ ਵਾਰ ਹੁੰਦਾ ਮਤਲਬ ਕਈ ਵੀਡੀਓਜ਼ ਆਪਾਂ ਦੇਖਦੇ ਹਾਂ ਕਿ ਤੁਸੀਂ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਸਕਿਪ ਕਰ ਦਿਓ। ਮਤਲਬ ਜਿਹੜੇ ਵਰਡਸ ਤੁਹਾਨੂੰ ਨਹੀਂ ਸਮਝ ਆਏ ਤਾਂ ਤੁਸੀਂ ਸਕਿਪ ਕਰ ਸਕਦੇ ਹੋ। ਹਾਂ, ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਆਪਣੀ ਫਲੂਐਂਸੀ ਦੇ ਨੰਬਰ ਰੱਖਣੇ ਆ, ਪ੍ਰੋਨੰਸੀਏਸ਼ਨ ਦੇ ਰੱਖਣੇ ਆ। ਬਟ ਅਗਰ ਤੁਸੀਂ ਕੰਟੈਂਟ 'ਚ ਕੁਛ ਵਰਡਸ ਮਿਸਿੰਗ ਕਰ ਰਹੇ ਹੋ, ਨਹੀਂ ਬੋਲ ਰਹੇ ਹੋ, ਤਾਂ ਉੱਥੇ ਤੁਹਾਡੀ ਕੰਟੈਂਟ ਦੇ ਨੰਬਰ ਘਟਣਗੇ ਹੀ ਘਟਣਗੇ। ਸੋ ਅਗਰ ਤੁਸੀਂ ਸਕਿਪਿੰਗ ਕਰ ਰਹੇ ਹੋ ਜਾਂ ਵਰਡਸ ਨੂੰ ਐਡ ਕਰ ਰਹੇ ਹੋ ਦੈਨ ਮੇਕ ਸ਼ੋਰ ਕਿ ਤੁਹਾਡੇ ਕੰਟੈਂਟ ਦੇ ਮਾਰਕਸ ਇਫੈਕਟ ਨਾ ਹੋਣ। ਸੈਕਿੰਡ ਜਿਹੜਾ ਆਉਂਦਾ ਓਰਲ ਫਲੂਐਂਸੀ ਆਉਂਦਾ। ਫਲੂਐਂਸੀ ਦੇ ਵੀ 5 ਪੁਆਇੰਟਸ ਨੇ। ਦੈਨ ਪ੍ਰੋਨੰਸੀਏਸ਼ਨ ਹੈ ਉਹਦੇ ਵੀ 5 ਪੁਆਇੰਟਸ ਨੇ। ਫਲੂਐਂਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਫਲੂਐਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਿੰਨੀ ਜਲਦੀ ਬੋਲ ਰਹੇ ਹੋ। ਫਲੂਐਂਸੀ ਦਾ ਮਤਲਬ ਇਹ ਹੈਗਾ ਕਿ ਜੋ ਤੁਸੀਂ ਬੋਲ ਰਹੇ ਹੋ ਉਹ ਕੰਪਿਊਟਰ ਨੂੰ ਸਮਝ ਆ ਰਿਹਾ ਹੈ ਤੇ ਕੰਪਿਊਟਰ ਉਹ ਵਰਡਸ ਨੂੰ ਪਿਕ ਕਰਕੇ ਤੁਹਾਨੂੰ ਸਕੋਰਿੰਗ ਦੇ ਰਿਹਾ ਜਾਂ ਨਹੀਂ ਦੇ ਰਿਹਾ। ਮਤਲਬ ਨਾ ਤੁਸੀਂ ਬਹੁਤ ਫਾਸਟ ਬੋਲਣਾ ਨਾ ਬਹੁਤ ਸਲੋ ਬੋਲਣਾ, ਇੱਕ ਮੋਡਰੇਟ ਪੇਸ ਤੇ ਬੋਲਣਾ ਹੈ। ਔਰ ਪ੍ਰੋਨੰਸੀਏਸ਼ਨ ਦਾ ਮਤਲਬ ਹੈ ਤੁਸੀਂ ਕਿੰਨਾ ਕਲੀਅਰ ਬੋਲ ਰਹੇ ਹੋ। ਮਤਲਬ ਕਈ ਬੱਚੇ ਹੁੰਦੇ ਆ ਕਿ ਉਹ ਜਾਂ ਤਾਂ ਮੂੰਹ 'ਚ ਹੀ ਬੋਲ ਜਾਂਦੇ ਆ, ਕੰਪਿਊਟਰ ਨੂੰ ਨਹੀਂ ਸਮਝ ਆ ਰਿਹਾ, ਜਾਂ ਫਿਰ ਉਹਨਾਂ ਦੀ ਜਿਹੜੀ ਪ੍ਰੋਨੰਸੀਏਸ਼ਨ ਹੈ ਉਹ ਕਲੀਅਰ ਨਹੀਂ ਹੁੰਦੀ। ਮਤਲਬ ਜਦੋਂ ਤੁਸੀਂ ਪੀਟੀ ਦਾ ਫਾਈਨਲ ਐਗਜ਼ਾਮ ਦਿੰਦੇ ਹੋ ਤਾਂ ਉਹਨਾਂ ਨੇ ਬਹੁਤ ਸਾਰੀ ਸਪੀਚ ਰਿਕੈਗਨੀਸ਼ਨ ਕੀਤੀ ਹੁੰਦੀ ਹੈ। ਮਤਲਬ ਬਹੁਤ ਸਾਰੇ ਸਪੀਚ ਦੇ ਉਹਨਾਂ ਕੋਲ ਮੋਡਿਊਲਸ ਹੁੰਦੇ ਆ। ਮਤਲਬ ਹਰ ਕੰਟਰੀ, ਮਤਲਬ ਜਿਵੇਂ ਆਪਣੇ ਇੰਡੀਅਨਸ ਹੈ ਤਾਂ ਉਹਨਾਂ ਦਾ ਇੰਗਲਿਸ਼ ਬੋਲਣ ਦਾ ਸਟਾਈਲ ਡਿਫਰੈਂਟ ਹੈ, ਫੋਰਨਰਸ ਦਾ ਡਿਫਰੈਂਟ ਹੈ ਤੇ ਉਹਨਾਂ ਕੋਲ ਹਰ ਮੋਡਿਊਲ ਦਾ ਇੱਕ ਸੈਂਪਲ ਹੁੰਦਾ ਹੈ। ਉੱਦਾਂ ਹੀ ਤੁਹਾਡੀ ਚੈਕਿੰਗ ਹੁੰਦੀ ਹੈ। ਬਟ ਕੁਛ ਬੱਚਿਆਂ ਨੂੰ ਇੰਗਲਿਸ਼ ਬੋਲਣ 'ਚ ਅਗਰ ਪ੍ਰੋਬਲਮ ਆ ਰਹੀ ਹੈ ਤਾਂ ਜੇ ਤੁਸੀਂ ਇੰਗਲਿਸ਼ ਕਲੀਅਰ ਨਹੀਂ ਬੋਲ ਰਹੇ ਹੋ ਜਾਂ ਵਰਡਸ ਕਲੀਅਰ ਨਹੀਂ ਬੋਲ ਰਹੇ ਹੋ ਤਾਂ ਤੁਹਾਡੇ ਪ੍ਰੋਨੰਸੀਏਸ਼ਨ ਦਾ ਸਕੋਰ ਵੀ ਇਫੈਕਟ ਹੋਏਗਾ। ਮੰਨ ਲਓ ਤੁਸੀਂ ਕੰਟੈਂਟ ਪੂਰਾ ਕਵਰ ਕਰਤਾ ਜਾਂ ਫਲੂਐਂਸੀ ਤੁਹਾਡੀ ਠੀਕ ਹੈ ਬਟ ਅਗਰ ਤੁਹਾਡੀ ਪ੍ਰੋਨੰਸੀਏਸ਼ਨ ਠੀਕ ਨਹੀਂ ਹੈਗੀ ਤਾਂ ਉਹਦਾ ਵੀ ਸਕੋਰ ਇਫੈਕਟ ਹੋਏਗਾ। ਸੋ ਇਹ ਟੋਟਲ ਪੁਆਇੰਟਸ 15 ਨੇ। ਮਤਲਬ ਇੱਕ ਪੈਰਾਗ੍ਰਾਫ ਤੁਹਾਨੂੰ 15 ਮਾਰਕਸ ਕੰਟਰੀਬਿਊਟ ਕਰਦਾ ਹੈ। ਤੇ ਨੈਕਸਟ ਆਉਂਦਾ ਹੈ ਕਿ ਜਿਹੜੀ ਪ੍ਰੋਨੰਸੀਏਸ਼ਨ ਹੈ ਤੇ ਫਲੂਐਂਸੀ ਹੈ ਉਹਦਾ ਸਕੋਰ ਕਿਵੇਂ ਇਵੈਲੂਏਟ ਹੁੰਦਾ ਹੈ। ਜਿਵੇਂ ਕੰਟੈਂਟ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਤੁਸੀਂ ਕੁਝ ਵਰਡਸ ਨੂੰ ਸਕਿਪ ਕਰ ਰਹੇ ਹੋ, ਅਗਰ ਵਰਡਸ ਨੂੰ ਮਤਲਬ ਡਿਡਕਟ ਕਰਤਾ ਜਾਂ ਤੁਸੀਂ ਮਿਸਿੰਗ ਕਰਤਾ ਜਾਂ ਫਿਰ ਤੁਸੀਂ ਐਡ ਕਰ ਲਿਆ ਤਾਂ ਤੁਹਾਡੇ ਕੰਟੈਂਟ ਦੇ ਮਾਰਕਸ ਡਿਡਕਟ ਹੋਣਗੇ। ਤੇ ਫਲੂਐਂਸੀ ਤੇ ਜਿਹੜੀ ਪ੍ਰੋਨੰਸੀਏਸ਼ਨ ਹੈ ਉਹਦੇ ਮਾਰਕਸ ਕਿਵੇਂ ਮਿਲਦੇ ਆ। ਤਾਂ ਸਭ ਤੋਂ ਪਹਿਲਾਂ ਆਉਂਦਾ 5 ਪੁਆਇੰਟਸ। 5 ਪੁਆਇੰਟਸ ਤੁਹਾਨੂੰ ਤਾਂ ਮਿਲਦੇ ਆ ਇਫ ਯੂ ਸਾਊਂਡ ਲਾਈਕ ਅ ਨੇਟਿਵ ਸਪੀਕਰ। ਮਤਲਬ ਅਗਰ ਤੁਸੀਂ ਇੱਕ ਨੇਟਿਵ ਸਪੀਕਰ ਦੀ ਤਰ੍ਹਾਂ ਬੋਲਦੇ ਹੋ। ਨੇਟਿਵ ਸਪੀਕਰ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਫੋਰਨਰਸ ਦੀ ਤਰ੍ਹਾਂ ਬੋਲਦੇ ਹੋ। ਨੇਟਿਵ ਸਪੀਕਰ ਦਾ ਮਤਲਬ ਇਹੀ ਹੈਗਾ ਕਿ ਤੁਸੀਂ ਇੰਗਲਿਸ਼ ਵਧੀਆ ਤਰੀਕੇ ਨਾਲ ਬੋਲਦੇ ਹੋ, ਮਤਲਬ ਤੁਹਾਨੂੰ ਇੰਗਲਿਸ਼ ਬੋਲਣੀ ਆਉਂਦੀ ਹੈ। 4 ਪੁਆਇੰਟਸ ਇਫ ਯੂ ਆਰ ਐਟ ਐਨ ਐਡਵਾਂਸਡ ਲੈਵਲ। ਮਤਲਬ 4 ਪੁਆਇੰਟਸ ਤੁਹਾਨੂੰ ਤਾਂ ਮਿਲਦੇ ਆ ਕਿ ਤੁਹਾਨੂੰ ਇੰਗਲਿਸ਼ ਬੋਲਣੀ ਆਉਂਦੀ ਹੈ ਬਟ ਯੂ ਆਰ ਨਾਟ ਐਕਟਿੰਗ ਲਾਈਕ ਅ ਨੇਟਿਵ ਸਪੀਕਰ। ਮਤਲਬ ਤੁਹਾਡੀ ਜਿਹੜੀ ਫਲੂਐਂਸੀ ਹੈ ਜਾਂ ਪ੍ਰੋਨੰਸੀਏਸ਼ਨ ਹੈ ਜਾਂ ਜਿਵੇਂ ਤੁਸੀਂ ਬੋਲ ਰਹੇ ਹੋ ਐਜ਼ ਅ ਨੇਟਿਵ ਸਪੀਕਰ ਨਹੀਂ ਹੈ ਬਟ ਯੂ ਨੋ ਇੰਗਲਿਸ਼ ਐਂਡ ਯੂ ਨੋ ਹਾਊ ਟੂ ਸਪੀਕ ਇੰਗਲਿਸ਼। ਨੈਕਸਟ ਹੈ 3 ਪੁਆਇੰਟਸ। 3 ਪੁਆਇੰਟਸ ਮੀਨ ਯੂ ਆਰ ਡੂਇੰਗ ਵੈਲ। ਮੀਨਸ ਤੁਹਾਨੂੰ ਬੋਲਣਾ ਆਉਂਦਾ ਹੈ, ਮਤਲਬ ਤੁਸੀਂ ਬੋਲ ਰਹੇ ਹੋ
ਇਹ ਸਾਰਾ ਇਹ ਜਿਹੜੇ ਪੁਆਇੰਟਸ ਹੈ ਉਹ ਪ੍ਰੋਨੰਸੀਏਸ਼ਨ ਵਾਸਤੇ ਵੀ ਸੇਮ ਹੈ ਤੇ ਫਲੂਐਂਸੀ ਵਾਸਤੇ ਵੀ ਸੇਮ ਹੈ। ਮਤਲਬ ਉਹਦੇ 3 ਪੁਆਇੰਟਸ ਦਾ ਮਤਲਬ ਹੈ ਕਿ ਤੁਹਾਡਾ ਜਿਹੜਾ ਸਕੋਰ ਹੈ ਉਹ ਐਵਰੇਜ ਹੈ। ਐਵਰੇਜ ਇਨ ਦੀ ਸੈਂਸ ਕਿ ਠੀਕ ਹੈ, ਨਾ ਤਾਂ ਉਹ ਬਹੁਤ ਜ਼ਿਆਦਾ ਐਡਵਾਂਸ ਲੈਵਲ ਦੀ ਹੈਗੀ ਹੈ, ਨਾ ਬਹੁਤ ਜ਼ਿਆਦਾ ਲੋਐਸਟ ਲੈਵਲ ਦੀ ਹੈ, ਇੱਕ ਇੰਟਰਮੀਡੀਏਟ ਜਿਹਾ ਲੈਵਲ ਹੈ। ਤੇ ਨੈਕਸਟ ਆਉਂਦਾ ਹੈ 2 ਪੁਆਇੰਟਸ, ਯੂਅਰ ਲੈਵਲ ਇਜ਼ ਇੰਟਰਮੀਡੀਏਟ। ਮਤਲਬ ਤੁਹਾਨੂੰ ਇੰਗਲਿਸ਼ ਦੀ ਨੌਲੇਜ ਹੈਗੀ ਹੈ ਬਟ ਯੂ ਆਰ ਫੇਸਿੰਗ ਸਮ ਪ੍ਰੋਬਲਮ ਇਨ ਸਮ ਮੋਡਿਊਲਸ। ਮਤਲਬ ਤੁਹਾਨੂੰ ਕੁਝ ਵਰਡਸ ਨੂੰ ਪ੍ਰਨਾਊਂਸ ਕਰਨ ਦੇ ਵਿੱਚ ਡਿਫਿਕਲਟੀ ਆ ਰਹੀ ਹੈ, ਮਤਲਬ ਤੁਸੀਂ ਸਾਰੇ ਵਰਡਸ ਨੂੰ ਕਲੀਅਰ ਨਹੀਂ ਪ੍ਰਨਾਊਂਸ ਕਰ ਪਾ ਰਹੇ। ਨੈਕਸਟ ਆਉਂਦਾ ਹੈ 1 ਪੁਆਇੰਟ ਮੀਨਸ ਯੂ ਡੂ ਨਾਟ ਸਾਊਂਡ ਸੋ ਗੁੱਡ। ਮਤਲਬ ਤੁਹਾਡੀ ਜਿਹੜੀ ਇੰਗਲਿਸ਼ ਬੋਲਣ ਦਾ ਸਟਾਈਲ ਹੈਗਾ ਉਹ ਜ਼ਿਆਦਾ ਵਧੀਆ ਨਹੀਂ ਹੈਗਾ। ਮਤਲਬ ਤੁਸੀਂ ਵਧੀਆ ਤਰੀਕੇ ਨਾਲ ਨਹੀਂ ਬੋਲ ਰਹੇ ਤੇ ਤੁਹਾਡੀ ਫਲੂਐਂਸੀ ਵੀ ਵਧੀਆ ਨਹੀਂ ਹੈ। ਤੁਸੀਂ ਜਾਂ ਤੇ ਬਹੁਤ ਫਾਸਟ ਬੋਲ ਰਹੇ ਹੋ ਜਾਂ ਬਹੁਤ ਸਲੋ ਬੋਲ ਰਹੇ ਹੋ, ਮਤਲਬ ਇੱਕ ਮੋਡਰੇਟ ਪੇਸ ਨਹੀਂ ਹੈਗੀ। ਇਹਦੇ ਵਿੱਚ ਮੋਡਰੇਟ ਪੇਸ ਦਾ ਮੇਰਾ ਮਤਲਬ ਇਹ ਆਉਂਦਾ ਹੈ ਕਿ ਜਦੋਂ ਵੀ ਅਗਰ ਆਪਾਂ ਨੋਰਮਲ ਲਾਈਫ ਦੀ ਵੀ ਗੱਲ ਕਰਦੇ ਹਾਂ, ਤਾਂ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਆਪਾਂ ਬਹੁਤ ਆਪਣੀ ਪਿਚ ਬੜੀ ਹਾਈ ਹੁੰਦੀ ਹੈ। ਮਤਲਬ ਆਪਾਂ ਸਟਾਰਟਿੰਗ 'ਚ ਅਗਰ ਕਿਸੇ ਨਾਲ ਗੱਲ ਕਰ ਰਹੇ ਹੋ ਜਾਂ ਤੁਸੀਂ ਮਾਰਨਿੰਗ ਦੀ ਗੱਲ ਕਰ ਲਓ ਤਾਂ ਆਪਣਾ ਜਿਹੜਾ ਐਨਰਜੀ ਲੈਵਲ ਹੁੰਦਾ ਬਹੁਤ ਹਾਈ ਹੁੰਦਾ ਹੈ। ਤੇ ਫੋਰ ਐਗਜ਼ਾਮਪਲ ਅਗਰ ਅਸੀਂ ਪੈਰਾਗ੍ਰਾਫ ਪੜ੍ਹਨਾ ਸਟਾਰਟ ਕਰਦੇ ਹਾਂ ਤਾਂ ਸਟਾਰਟਿੰਗ 'ਚ ਅਸੀਂ ਬਹੁਤ ਫਾਸਟ ਪੜ੍ਹਦੇ ਹਾਂ, ਫਿਰ ਐਂਡ ਤੱਕ ਜਾਂਦੇ ਹੋਏ ਮਤਲਬ ਸਾਡੀ ਜਿਹੜੀ ਸਪੀਚ ਹੈਗੀ ਹੈ, ਪਿਚ ਹੈਗੀ ਹੈ, ਬਹੁਤ ਘੱਟ ਜਾਂਦੀ ਹੈ। ਸੋ ਇਸ ਕਰਕੇ ਇਹਦੇ 'ਚ ਧਿਆਨ ਰੱਖਣਾ ਹੈ ਕਿ ਤੁਸੀਂ ਇੱਕ ਮੋਡਰੇਟ ਲੈਵਲ 'ਤੇ ਹੀ ਬੋਲਣਾ ਹੈ। ਮਤਲਬ ਇੱਦਾਂ ਨਹੀਂ ਕਰਨਾ ਕਿ ਸਟਾਰਟਿੰਗ 'ਚ ਬਹੁਤ ਹਾਈ ਬੋਲਤਾ ਤੇ ਲਾਸਟ ਦੇ ਵਿੱਚ ਤੁਸੀਂ ਬਹੁਤ ਸਲੋ ਬੋਲਤਾ। ਅਗਰ ਤੁਸੀਂ ਐਲਫਾ-ਪੀਟੀ 'ਤੇ ਪ੍ਰੈਕਟਿਸ ਕਰੋਗੇ ਤਾਂ ਉਹ ਤੁਹਾਨੂੰ ਤੁਹਾਡਾ ਸਪੀਚ ਲੈਵਲ ਦਿਖਾਏਗਾ ਕਿ ਤੁਹਾਡੀ ਵੌਇਸ ਕਿਵੇਂ ਰਿਕਾਰਡ ਹੋ ਰਹੀ ਹੈ। ਮਤਲਬ ਉਹ ਤੁਹਾਡੀ ਐਂਪਲੀਟਿਊਡ ਸ਼ੋ ਕਰੇਗਾ ਕਿ ਤੁਹਾਡਾ ਸਟਾਰਟਿੰਗ 'ਚ ਕਿੰਨਾ ਹੈਗਾ ਤੇ ਲਾਸਟ ਦੇ ਵਿੱਚ ਕਿੰਨਾ ਹੈਗਾ। ਸੋ ਇਹ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਡਾ ਇੱਕ ਮੋਡਰੇਟ ਜਿਹਾ ਲੈਵਲ ਹੋਣਾ ਚਾਹੀਦਾ ਹੈ। ਤੇ 0 ਪੁਆਇੰਟਸ ਦਾ ਮਤਲਬ ਇਹੀ ਹੈ, ਐਜ਼ ਯੂ ਆਲ ਨੋ, ਕਿ ਮਤਲਬ ਤੁਹਾਨੂੰ ਸਪੀਕਿੰਗ ਦੇ ਵਿੱਚ ਪ੍ਰੋਬਲਮ ਹੈਗੀ ਹੈ, ਤੁਹਾਨੂੰ ਇੰਗਲਿਸ਼ ਨਹੀਂ ਆ ਰਹੀ, ਮਤਲਬ ਤੁਸੀਂ ਵਧੀਆ ਤਰੀਕੇ ਨਾਲ ਨਹੀਂ ਬੋਲ ਰਹੇ। ਅਗਰ ਤੁਹਾਨੂੰ 6 ਜਾਂ 7 ਬੈਂਡਸ ਦੀ ਰਿਕੁਆਇਰਮੈਂਟ ਹੈ ਤਾਂ ਮੇਕ ਸ਼ੋਰ ਕਿ ਤੁਹਾਡੇ ਪ੍ਰੋਨੰਸੀਏਸ਼ਨ ਤੇ ਫਲੂਐਂਸੀ ਦੇ ਵਿੱਚ 5 ਪੁਆਇੰਟਸ ਆਉਣ, ਕਿਉਂਕਿ ਕੰਟੈਂਟ 'ਚ ਕਈ ਵਾਰ ਹੁੰਦਾ ਕਿ ਤੁਸੀਂ ਇੱਕ ਅੱਧਾ ਪੁਆਇੰਟ ਮਿਸ ਕਰ ਦਿੰਦੇ ਹੋ, ਜਾਂ ਫਿਰ ਕੰਪਿਊਟਰ ਨੇ ਤੁਹਾਡਾ ਕੋਈ ਪੁਆਇੰਟ ਨਹੀਂ ਚੱਕਿਆ, ਉਹਨੂੰ ਨਹੀਂ ਸਮਝ ਆ ਰਿਹਾ ਕਿ ਤੁਸੀਂ ਕੀ ਨਹੀਂ ਬੋਲਿਆ। ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਮਤਲਬ ਤੁਸੀਂ ਕਿਵੇਂ ਬੋਲ ਰਹੇ ਹੋ ਤੇ ਕਿਵੇਂ ਤੁਸੀਂ ਸਟਾਰਟ ਕਰਨਾ ਹੈ, ਕਿਵੇਂ ਤੁਸੀਂ ਟਾਸਕ ਨੂੰ ਫਿਨਿਸ਼ ਕਰਨਾ ਹੈ, ਤੇ ਜਦੋਂ ਤੁਸੀਂ ਰਿਕਾਰਡਿੰਗ ਹੋ ਰਹੀ ਹੈ ਜਾਂ ਤੁਸੀਂ ਪ੍ਰਪੇਅਰ ਕਰ ਰਹੇ ਹੋ ਤਾਂ ਕਿਹੜੇ ਪੁਆਇੰਟਸ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਇਹ ਰੀਡ ਅਲਾਉਡ ਦੀ ਹਲੇ ਬੇਸਿਕ ਇੰਟਰੋਡਕਸ਼ਨ ਸੀਗੀ, ਕਿਉਂਕਿ ਕੁਝ ਟਾਈਮ ਬਾਉਂਡੇਸ਼ਨ ਹੁੰਦੀ ਹੈ। ਤੇ ਇਸ ਕਰਕੇ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਿਰਫ ਇੰਨਾ ਹੀ ਦੱਸਿਆ ਹੈ ਕਿ ਪ੍ਰੈਪਰੇਸ਼ਨ ਟਾਈਮ ਕੀ ਹੁੰਦਾ ਹੈ, ਰਿਕਾਰਡਿੰਗ ਟਾਈਮ ਕੀ ਹੁੰਦਾ ਹੈ, ਤੇ ਤੁਸੀਂ ਕਿੰਨਾ ਪੁਆਇੰਟਸ ਦਾ ਮਤਲਬ ਧਿਆਨ ਰੱਖਣਾ ਹੈ, ਤੁਹਾਨੂੰ ਫਲੂਐਂਸੀ ਦੇ ਮਾਰਕਸ ਕਿਵੇਂ ਮਿਲਦੇ ਹੈ ਤੇ ਪ੍ਰੋਨੰਸੀਏਸ਼ਨ ਦੇ ਮਾਰਕਸ ਕਿਵੇਂ ਮਿਲਦੇ ਹੈ। ਤੇ ਬਾਕੀ ਮੈਂ ਰੀਡ ਅਲਾਉਡ ਅਗਲੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਵੀ ਕੰਟੀਨਿਊ ਕਰਾਂਗੀ ਕਿ ਕੀ ਹੋਰ ਪੁਆਇੰਟਸ ਹੈਗੇ ਨੇ। ਬਟ ਜੇ ਤੁਹਾਨੂੰ ਹੋਰ ਕੋਈ ਪ੍ਰੋਬਲਮ ਆ ਰਹੀ ਹੈ ਰੀਡ ਅਲਾਉਡ ਦੇ ਵਿੱਚ, ਜਾਂ ਤੁਸੀਂ ਡਿਟੇਲ ਵਿੱਚ ਡਿਸਕਸ ਕਰਨਾ ਹੈ, ਵੈਸੇ ਤਾਂ ਮੈਂ ਆਪਣੀ ਵੀਡੀਓਜ਼ ਦੇ ਵਿੱਚ ਹੀ ਡਿਟੇਲ 'ਚ ਡਿਸਕਸ ਕਰ ਰਹੀ ਹਾਂ, ਬਟ ਇਨ ਕੇਸ ਤੁਹਾਨੂੰ ਕੁਝ ਹੈਲਪ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਮੇਲ ਆਈਡੀ 'ਤੇ ਮੇਲ ਕਰ ਸਕਦੇ ਹੋ, ਜਾਂ ਫਿਰ ਆਪਣੇ ਵਿਊਜ਼ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਐਂਡ ਹਲੇ ਤੱਕ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਇਟ ਐਂਡ ਲਾਈਕ ਮਾਈ ਵੀਡੀਓਜ਼ ਐਂਡ ਵਾਚ these videos from starting to till end, and thank you so much.